ਹੈਲੋ ਡੀਅਰ ਫਰੈਂਡਸ, ਮੈਂ ਅੱਜ ਤੁਹਾਨੂੰ 3 ਸੈਬੀ ਲਾਜ਼ ਦੇ ਬਾਰੇ ਦੱਸਣ ਲੱਗੀ ਹਾਂ ਜਿਹੜੇ ਬਹੁਤ ਲਾਜ਼ਮੀ ਨੇ। ਜਿਹੜੇ NRIs ਇੰਡੀਆ ਤੋਂ ਬਾਹਰ ਬੈਠੇ ਨੇ ਬਾਹਰ ਦੇਸ਼ਾਂ ਵਿੱਚ, ਲੇਕਿਨ ਉਹਨਾਂ ਦੇ ਪਿਤਾ ਜੀ, ਮਾਤਾ ਜੀ, ਭੈਣ ਭਰਾ ਜਿਹੜੇ ਪਿੱਛੇ ਇੰਡੀਆ ਬੈਠੇ ਨੇ ਤੇ ਉਹਨਾਂ ਨੇ ਜੇ ਮਿਊਚੁਅਲ ਫੰਡਸ ਤੇ SIP ਫੰਡਸ ਵਿੱਚ ਇਨਵੈਸਟਮੈਂਟ ਕੀਤਾ ਹੈ ਤਾਂ ਇਸ ਗੱਲ ਦਾ ਤੁਸੀਂ ਧਿਆਨ ਕਰੋ, ਗੌਰ ਕਰੋ। ਤੇ ਸੈਬੀ ਨੇ ਨਵੇਂ ਲਾਜ਼ ਕੱਢੇ ਨੇ ਜਿਸ ਬਾਬਤ ਤੁਹਾਨੂੰ ਇਲਮ ਹੋਣਾ ਬਹੁਤ ਲਾਜ਼ਮੀ ਹੈ। 3 ਲਾਜ਼ ਕਿਹੜੇ ਨੇ, ਧਿਆਨ ਨਾਲ ਸੁਣੀਏ ਤੇ ਧਿਆਨ ਨਾਲ ਇਸ ਗੱਲ ਨੂੰ ਤੁਸੀਂ ਆਪਣੇ ਬੈਂਕਿੰਗ ਇੰਸਟੀਟਿਊਸ਼ਨ ਜਾਂ ਬੈਂਕਾਂ ਨਾਲ ਤੁਸੀਂ ਸਟ੍ਰੀਮਲਾਈਨ ਕਰ ਲਓ। ਨੰਬਰ 1, ਅੱਗੇ ਬੈਂਕਾਂ ਦੇ ਅਨੁਸਾਰ ਜਾਂ ਲਾਜ਼ ਦੇ ਅਨੁਸਾਰ ਸਿਰਫ 3 ਨੋਮੀਨੀਜ਼ ਅਲਾਉਡ ਸਨ ਇੱਕ ਅਕਾਊਂਟ ਵਿੱਚ। ਤੇ ਹੁਣ ਮਾਰਚ 1 ਤੋਂ ਸੈਬੀ ਲਾਜ਼ ਨਵੇਂ ਨਿਕਲੇ ਨੇ ਜਿਹਦੇ ਵਿੱਚ ਉਹਨਾਂ ਸਾਫ਼ ਜ਼ਾਹਿਰ ਕੀਤਾ ਕਿ 3 ਦੇ ਥਾਂ ਹੁਣ 10 ਨੋਮੀਨੀਜ਼ ਅਲਾਉਡ ਹੋਣਗੇ, ਲੇਕਿਨ ਬਸ਼ਰਤੇ ਇਹ ਕਿ ਹਰ ਨੋਮੀਨੀ ਦਾ ਰਿਲੇਸ਼ਨਸ਼ਿਪ ਜਾਂ ਉਸ ਬੈਂਕ ਅਕਾਊਂਟ ਜਾਂ ਮਿਊਚੁਅਲ ਫੰਡਸ ਓਨਰ ਦੇ ਨਾਲ ਕੀ ਰਿਸ਼ਤਾ ਹੈ ਉਹ ਕਲੀਅਰ ਹੋਣਾ ਚਾਹੀਦਾ ਹੈ ਬੈਂਕਿੰਗ ਪੇਪਰਸ ਵਿੱਚ। ਵਾਈਫ ਨੇ, ਬੱਚੇ ਨੇ, ਭੈਣ ਨੇ, ਭਰਾ ਨੇ, ਦੋਸਤ ਨੇ ਜਾਂ ਕਿਸੇ NGO ਨੇ, ਟਰਸਟ ਨੇ, ਜਿਹੜਾ ਵੀ ਰਿਸ਼ਤਾ ਇਸ ਮਿਊਚੁਅਲ ਫੰਡਸ ਦੇ ਓਨਰ ਦੇ ਨਾਲ ਉਹ ਸ਼ਖਸੀਅਤ ਰੱਖਦਾ ਹੈ ਉਹ ਡਾਕੂਮੈਂਟ ਹੋਣਾ ਚਾਹੀਦਾ ਹੈ। ਨੰਬਰ 1। ਨੰਬਰ 2, ਕਿੰਨਾ ਪਰਸੈਂਟੇਜ, ਜੇ ਫਰਜ਼ ਕਰੋ ਹੁਣ 10 ਨੋਮੀਨੀਜ਼ ਨੇ ਤੇ ਇੱਕ ਨੋਮੀਨੀ ਨੂੰ ਉਸ ਸ਼ਖਸੀਅਤ ਦੇ ਇਨਵੈਸਟਮੈਂਟ ਦੇ ਵਿੱਚੋਂ ਕਿੰਨਾ ਮਿਲੇਗਾ ਇਹ ਬਹੁਤ ਕਲੀਅਰਲੀ ਸਟੇਟ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਆ, ਜੇ ਉਹਨਾਂ ਦੇ ਵਾਈਫ ਨੇ, ਉਹਨਾਂ ਦੇ ਵਾਈਫ ਨੂੰ 50% ਦੇਣਾ ਹੈ ਜਾਂ 70% ਦੇਣਾ ਹੈ, ਉਹ ਬਿਲਕੁਲ ਕਲੀਅਰਲੀ ਲਿਖਿਆ ਹੋਣਾ ਚਾਹੀਦਾ। ਜੇ ਯਾਰ ਦੋਸਤ ਰਿਸ਼ਤੇਦਾਰ ਨੂੰ 5%, 10%, ਜਿੰਨਾ ਵੀ ਉਹਨਾਂ ਫੈਸਲਾ ਕੀਤਾ ਹੈ ਜਿਹੜੇ ਓਨਰ ਨੇ ਅਕਾਊਂਟ ਦੇ, ਉਹ ਸਭ ਡੀਟੇਲਸ ਕਲੀਅਰਲੀ ਡਾਕੂਮੈਂਟ ਹੋਣੇ ਚਾਹੀਦੇ ਨੇ ਇੱਕ ਫਾਰਮ ਵਿੱਚ। ਜਿਹੜੇ ਬੈਂਕ ਜਾਂ ਜਿਹੜੇ ਵੀ ਫਾਈਨੈਂਸ਼ੀਅਲ ਇੰਸਟੀਟਿਊਟ ਵਿੱਚ ਉਸ ਸ਼ਖਸੀਅਤ ਨੇ ਆਪਣੇ ਇਨਵੈਸਟਮੈਂਟ ਕੀਤੀ ਹੋਈ ਹੈ ਮਿਊਚੁਅਲ ਫੰਡਸ ਦੀ ਤੇ SIP ਫੰਡਸ ਦੀ। ਠੀਕ ਹੈ, ਇਹ ਤਾਂ ਹੋ ਗਿਆ ਨੰਬਰ 1 ਨਵਾਂ ਰੂਲ, 10 ਨੋਮੀਨੀਜ਼। ਨੰਬਰ 2 ਰੂਲ ਹੈ ਵੇ ਕਿ ਜਿਹੜੇ ਫੋਲੀਓ ਆਪਰੇਸ਼ਨਸ ਜਿਸ ਸ਼ਖਸੀਅਤ ਦੇ ਨਾਂ 'ਤੇ ਉਹ ਇਨਵੈਸਟਮੈਂਟ ਬੈਂਕਾਂ ਵਿੱਚ ਪਿਆ ਹੈ ਜਾਂ ਮਿਊਚੁਅਲ ਫੰਡਸ ਫਾਈਨੈਂਸ਼ੀਅਲ ਇੰਸਟੀਟਿਊਟ ਵਿੱਚ ਰੱਖਿਆ ਹੈ, ਲੇਕਿਨ ਹੁਣ ਉਹ ਕਿਸੇ ਤਰ੍ਹਾਂ ਉਸ ਚੀਜ਼ ਨੂੰ ਆਪਰੇਟ ਨਹੀਂ ਕਰ ਸਕਦੇ, ਬਿਮਾਰ ਹੋ ਸਕਦੇ ਨੇ, ਬਿਸਤਰੇ 'ਤੇ ਪਏ ਹੋਣਗੇ ਜਾਂ ਆਪਣੇ ਮੁਲਕੋਂ ਬਾਹਰ ਨੇ ਜਾਂ ਕਿਸੇ ਵੀ ਕਾਰਨ ਉਹ ਆਪ ਉਸ ਇਨਵੈਸਟਮੈਂਟ ਨੂੰ ਨਹੀਂ ਧਿਆਨ ਕਰ ਸਕਦੇ ਆਪਣੇ ਆਪ, ਲੇਕਿਨ ਉਹਨਾਂ ਕਿਸੇ ਨੋਮੀਨੀ ਨੂੰ ਇਸ ਚੀਜ਼ ਦੀ ਦਿੱਤੀ ਹੈ ਇਜਾਜ਼ਤ, ਤੇ ਉਸ ਸਿਚੁਏਸ਼ਨ ਵਿੱਚ ਉਸ ਨੋਮੀਨੀ ਨੂੰ ਕਿਸ ਤਰ੍ਹਾਂ ਅਲਾਉਡ ਹੈ ਉਸ ਸ਼ਖਸੀਅਤ ਦੇ ਇਨਵੈਸਟਮੈਂਟ ਦੇ ਨਾਲ ਜੋ ਵੀ ਫੈਸਲੇ ਕਰਨੇ ਨੇ ਉਹਦੇ ਵੀ 2-3 ਰੂਲਸ ਨਵੇਂ ਆਏ ਨੇ। ਨੰਬਰ 1 ਇਹ ਵੇ ਕਿ ਜੇ ਫਰਜ਼ ਕਰੋ ਪੁੱਤਰ ਨੂੰ ਨੋਮੀਨੀ ਬਣਾਇਆ ਗਿਆ ਜਾਂ ਵਾਈਫ ਨੂੰ ਨੋਮੀਨੀ ਬਣਾਇਆ ਗਿਆ ਹੈ, ਉਸ ਸ਼ਖਸੀਅਤ ਨੂੰ ਬੈਂਕ ਜਾ ਕੇ ਆਪਣੇ ਥੰਬ ਇੰਪ੍ਰਿੰਟ ਡਾਕੂਮੈਂਟ 'ਤੇ ਦੇਣਾ ਪਏਗਾ ਪ੍ਰੂਫ ਕਰਨ ਵਾਸਤੇ ਕਿ ਉਹ ਉਹਨਾਂ ਦੇ ਨੋਮੀਨੀ ਨੇ, ਐਂਡ ਉਹ thumbprint will match with the thumbprint on the document each time ਉਹ ਜਾਣਗੇ ਬੈਂਕ ਕੁਝ ਫੈਸਲਾ ਕਰਨ ਵਾਸਤੇ, ਪੈਸੇ ਕਢਾਉਣ ਵਾਸਤੇ ਜਾਂ ਟ੍ਰਾਂਸਫਰ ਕਰਨ ਵਾਸਤੇ ਜਾਂ ਉਸ ਮਿਊਚੁਅਲ ਫੰਡ ਨੂੰ ਕਿੰਨਾ ਹੋਰ ਇਨਵੈਸਟ ਕਰਨਾ ਜਾਂ ਵਿਡਰੋ ਕਰਨਾ, ਲੇਕਿਨ ਉਹਨਾਂ ਦਾ ਥੰਬ ਇੰਪ੍ਰਿੰਟ ਬਹੁਤ ਜ਼ਰੂਰੀ ਹੋਏਗਾ ਟੈਲੀ ਕਰਨ ਵਾਸਤੇ ਤਾਂ ਕਿ ਪ੍ਰੂਫ ਰਵੇ ਇਹ ਉਹੀ ਨੋਮੀਨੀ ਹੈ ਜਿਹੜਾ ਕਿ ਕਰ ਸਕਦਾ ਹੈ, ਹੋਰ ਕੋਈ ਨਹੀਂ ਆ ਕੇ ਕਰ ਸਕਦਾ। ਇਸ ਤੋਂ ਬਾਅਦ ਕਿ ਪ੍ਰੂਫ ਹੋਰ ਕੀ ਹੋ ਸਕਦਾ ਹੈ। ਸੋ ਦਿਸ ਇਜ਼ ਨੰਬਰ 2, ਫੋਲੀਓ ਆਪਰੇਸ਼ਨਸ ਫॉर ਇਨਕੈਪੈਸਿਟੇਟਿਡ ਇਨਵੈਸਟਰ ਦੇ ਵਾਸਤੇ ਉਸ ਨੋਮੀਨੀ ਨੂੰ ਇਹ 2-3 ਗੱਲਾਂ ਦਾ ਧਿਆਨ ਕਰਨਾ ਪਏਗਾ। ਨੰਬਰ 3, ਸੈਬੀ ਨੇ ਜਿਹੜਾ ਰੂਲ ਕੱਢਿਆ ਹੈ ਕਿ ਸਿੰਪਲ ਐਸੈਟ ਟ੍ਰਾਂਸਫਰ ਪ੍ਰੋਸੈਸ ਕਿਸ ਤਰ੍ਹਾਂ ਹੋਏਗਾ। ਅੱਗੇ ਬੜਾ ਲੰਬਾ ਹੁੰਦਾ ਸੀ, ਕਿੰਨੇ ਫਾਰਮ ਭਰਨੇ ਪੈਂਦੇ ਸਨ, ਤੁਸੀਂ ਨੋਮੀਨੀ ਹੋ, ਤੁਹਾਡਾ ਰਿਸ਼ਤਾ ਕੀ ਹੈ, ਤੁਹਾਨੂੰ ਕਿਉਂ ਅਸੀਂ ਐਸੈਟ ਤੁਹਾਡੇ ਨਾਂ ਕਰੀਏ, ਉਹ ਤੁਸੀਂ ਆਂਦੇ ਤੇ ਹੈ ਉਹ ਤੁਹਾਡੇ ਪਿਤਾ ਜੀ ਸਨ, ਮਾਤਾ ਜੀ ਸਨ, ਲੇਕਿਨ ਕੋਈ ਪ੍ਰੂਫ ਨਹੀਂ ਹੈ, ਤੁਹਾਨੂੰ ਫਾਰਮ ਤੇ ਬੜੇ ਫਾਰਮ ਥਈਆਂ ਦੇ ਥਈਆਂ ਭਰਨੀਆਂ ਪੈਂਦੀਆਂ ਸਨ। ਲੇਕਿਨ ਸੈਬੀ ਨੇ ਹੁਣ ਇਹ ਵੀ ਕਲੀਨ ਕਰ ਦਿੱਤਾ ਹੈ, ਬਹੁਤ ਈਜ਼ੀ ਪ੍ਰੋਸੈਸ ਬਣਾ ਦਿੱਤਾ ਹੈ ਨਵੇਂ ਲਾਅ ਮਾਰਚ 1, 2025 ਤੋਂ। ਉਹ ਕੀ ਹੈ ਜੀ, ਤੁਹਾਨੂੰ 2 ਗੱਲਾਂ ਪੇਸ਼ ਕਰਨੀਆਂ ਹੋਣਗੀਆਂ, 2 ਚੀਜ਼ਾਂ ਪੇਸ਼ ਕਰਨੀਆਂ ਹੋਣਗੀਆਂ। ਇੱਕ ਤਾਂ ਡੈਥ ਸਰਟੀਫਿਕੇਟ, ਜਿਸ ਸ਼ਖਸੀਅਤ ਨੇ ਤੁਹਾਨੂੰ ਨੋਮੀਨੀ ਬਣਾਇਆ ਸੀ
ਆਪਣਾ ਡੈਥ ਸਰਟੀਫਿਕੇਟ ਦੇਣਾ ਪਏਗਾ ਬੈਂਕ ਜਾਂ ਫਾਈਨੈਂਸ਼ੀਅਲ ਇੰਸਟੀਟਿਊਟ ਨੂੰ, ਤੇ KYC ਡਿਟੇਲਸ ਵੀ ਤੁਹਾਨੂੰ ਆਪਣੇ ਦੇਣੇ ਪੈਣਗੇ ਬੈਂਕ ਨੂੰ। ਐਂਡ ਤਾਂ ਉਸ ਤੋਂ ਬਾਅਦ ਹੀ ਤੁਹਾਨੂੰ ਉਸ ਜਿਹੜੇ ਸ਼ਖਸ ਗੁਜ਼ਰ ਗਏ ਨੇ ਜਾਂ ਨਹੀਂ ਹੈ ਹੁਣ, ਤੇ ਤੁਹਾਡਾ ਹੱਕ ਬਣਦਾ ਹੈ ਨੋਮੀਨੀ ਹੋਣ ਦੇ ਨਾਤੇ, ਤੇ ਤੁਸੀਂ ਇਹ ਪ੍ਰੂਫਸ ਪੇਸ਼ ਕਰੋ ਤੇ ਤੁਹਾਨੂੰ ਤੁਹਾਡਾ ਪ੍ਰੋਸੈਸ ਸ਼ੁਰੂ ਹੋ ਜਾਏਗਾ ਬੈਂਕ ਜਾਂ ਫਾਈਨੈਂਸ਼ੀਅਲ ਇੰਸਟੀਟਿਊਟ ਵਿੱਚ। ਸੋ ਇਟਸ ਈਜ਼ੀ ਨਾਓ। ਸੋ ਥੀਸ ਆਰ ਦ 3 ਥਿੰਗਸ, 3 ਚੀਜ਼ਾਂ ਬਹੁਤ ਈਜ਼ੀ ਕਰ ਦਿੱਤੀਆਂ ਨੇ SEBI लॉज इंडिया ने। तो आप अपने बैंक जाओ, अपने सारे डिटेल्स शुरू कर दिओ। जे तुसी किसी भी प्रोसैस विच जा रहे हो एज अ नॉमिनी, मेक श्योर यू हैव ऑल दीज 3 थिंग्स इन प्लेस। ओके, इट विल बी ईजी। एंड एज एन NRI, एज एन इमिग्रेंट, शायद 1-2 चीज़ां होर भी तुहानूं पेश करनियां होणगियां, मे बी योर पासपोर्ट और योर OCI डिपेंडिंग। बट ਜਿਹੜੀਆਂ ਗੱਲਾਂ ਤੇ रूल्स मैं तुहाडे अगे पेश कीतियां ने, ਇਹ ਉਹਨਾਂ ਨੋਮੀਨੀਜ਼ ਵਾਸਤੇ ਵੇ ਜਿਹੜਾ ਕਿ ਉੱਥੇ ਇੰਡੀਆ ਵਿੱਚ ਹੀ ਰਹਿ ਰਹੇ ਨੇ। ਓਕੇ ਜੀ। ਤੇ ਜੇ ਤੁਸੀਂ NRI ਹੋ, ਤੁਹਾਨੂੰ ਸ਼ਾਇਦ ਤੁਹਾਡੇ ਪਾਸਪੋਰਟ ਵੀ ਦੇਣੇ ਪੈਣਗੇ, ਪ੍ਰੂਫ ਆਫ ਬਰਥ ਸਰਟੀਫਿਕੇਟ ਦੇਣਾ ਪਏਗਾ, ਸ਼ਾਇਦ OCI ਦੇ ਤੁਹਾਡੀ ਜੇ ਪੋਜੀਸ਼ਨ ਹੈ ਤਾਂ ਤੁਹਾਨੂੰ OCI ਵੀ ਪੇਸ਼ ਕਰਨਾ ਪਏਗਾ, ਡਿਪੈਂਡਿੰਗ। ਬਟ these are the basic 3 new laws that SEBI has shared recently, and I think it is important that you streamline it, either with a phone call or when you visit India or when you are there visiting as on a vacation. But banking work is important to be streamlined ahead of time in order to prevent any kind of challenges if any such situation occurs and you are the beneficial heir to the investment. So to avoid situations that can cause a lot of trauma between relatives, families, siblings, make sure all this is done ahead of time. ਇੰਪੋਰਟੈਂਟ ਹੁੰਦਾ ਹੈ ਬੈਂਕਿੰਗ ਦਾ ਕੰਮ। ਆਪਣੇ ਲਾਈਫ ਵਿੱਚ ਮਾਤਾ ਪਿਤਾ ਹੋਣ ਦੇ ਨਾਤੇ, ਭੈਣ ਭਰਾ ਹੋਣ ਦੇ ਨਾਤੇ, ਸਪਾਊਸ ਹੋਣ ਦੇ ਨਾਤੇ, ਜੇ ਤੁਸੀਂ ਪਹਿਲਾਂ ਹੀ ਕਲੀਅਰ ਅਪ ਕਰ ਦਿਓ, ਸੈਟ ਅਪ ਕਰ ਦਿਓ, ਸਟ੍ਰੀਮਲਾਈਨ ਕਰ ਦਿਓ, ਤੇ ਬੱਚਿਆਂ 'ਤੇ ਵੀ ਬੋਝ ਨਹੀਂ ਰਹਿੰਦਾ, ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੁੰਦੀ, ਹੈ ਨਾ। ਬਾਹਰ ਜਾ ਕੇ ਸੈਟਲ ਹੋਣ ਦੇ ਬਾਅਦ ਅਸੀਂ ਕਿੰਨਾ ਕੁਝ ਖਰੀਦ ਕੇ ਪਿੱਛੇ ਛੱਡ ਆਉਂਦੇ ਹਾਂ। ਐਂਡ ਦੈਨ ਵੈਨ ਵੀ ਆਰ ਸਟੇਇੰਗ ਅਬਰੋਡ, ਅਸੀਂ ਇਨਵੈਸਟਮੈਂਟ ਕਰਨੇ ਆ, ਵਾਪਸ ਮੁਲਕ ਜਾ ਕੇ ਮਕਾਨ ਬਣਾਉਂਦੇ ਆ, ਖੇਤੀਬਾੜੀ ਦਾ ਜੋ ਵੀ ਅਸਾਂ ਸੋਚਿਆ ਜ਼ਮੀਨਾਂ ਖਰੀਦਣੀਆਂ ਨੇ ਉਹ ਖਰੀਦਦੇ ਆ, ਜਾਂ ਆਪਣਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਇਹ ਬਾਕਾਇਦਾ ਰੂਲਸ ਐਂਡ ਰੈਗੂਲੇਸ਼ਨਸ ਮਿਊਚੁਅਲ ਫੰਡਸ ਔਰ SIP ਇਨਵੈਸਟਮੈਂਟ ਦੇ ਬਾਬਤ ਮੈਂ ਗੱਲ ਕੀਤੀ ਹੈ। ਕਈ ਲੋਕਾਂ ਨੇ ਉਹ ਵੀ ਕੀਤਾ ਹੈ, ਸਟਾਕ ਮਾਰਕੀਟ ਵਿੱਚ ਇਨਵੈਸਟਮੈਂਟ ਕੀਤੇ ਨੇ। ਸੋ ਹੈਵ ਦਿਸ ਸਕੁਐਰਡ ਅਵੇ। ਇਹਨਾਂ ਚੀਜ਼ਾਂ ਨੂੰ ਆਪਣੇ ਜਿਉਂਦੇ ਜੀ ਦੇ ਤੁਸੀਂ ਕਲੀਅਰ ਕਰਕੇ clearly document karke rakh lo, who's going to inherit, which nominee, who's going to get what in these situations। te aap ji nu bhi pareshani nahi hoegi, baal bachchian nu bhi pareshani nahi hoegi, te ਤੁਹਾਡੇ ਗੁਜ਼ਰ ਜਾਣ ਤੋਂ ਬਾਅਦ ਜਿਨ੍ਹਾਂ ਨੂੰ ਜੋ ਤੁਸੀਂ ਦੇ ਕੇ ਜਾ ਰਹੇ ਹੋ ਉਹਨਾਂ ਵਾਸਤੇ ਵੀ ਬਹੁਤ ਕਲੀਅਰ। ਹਾਂ, ਦੂਜੀ ਗੱਲ ਹੈ ਵੇ ਤੁਸੀਂ ਇੱਕ ਆਪਣਾ ਦਿਸ ਇਜ਼ ਜਸਟ ਅ ਰეკਮੈਂਡੇਸ਼ਨ, ਦਿਸ ਇਜ਼ ਵਾਟ ਮਾਈ ਪੇਰੈਂਟਸ ਹੈਡ ਡਨ। ਆਪਣਾ ਕਿਸੇ ਲॉयर ਦੇ ਨਾਲ ਬਹਿ ਕੇ ਇੱਕ ਵਿਲ ਵੀ ਲਿਖਵਾ ਕੇ ਰੱਖੋ ਜਿਹਦੇ ਵਿੱਚ ਇਹ ਗੱਲਾਂ ਨੋਮੀਨੀਜ਼ ਦੀ ਸਟ੍ਰੀਮਲਾਈਨ ਗੱਲਾਂ ਹੋਣੀਆਂ ਚਾਹੀਦੀਆਂ ਨੇ। ਸੋ ਦੈਟ ਕਾਈਂਡ ਆਫ ਟੇਕਸ ਅਵੇ all the challenges, you know। The last thing we want is for our children to go through the, you know, unnecessary issues, है ना। So on that note, thank you very much। ਮਿਹਰਬਾਨੀ ਸੁਣਨ ਵਾਸਤੇ, ਤੇ ਜ਼ਰੂਰ ਜੋ ਠੀਕ ਸਮਝਦੇ ਹੋ ਆਪਣੇ ਹਿਸਾਬ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਸੌਰਟ ਆਊਟ ਕਰ ਦਿਓ, ਤੇ I will bring in more interesting news and updates on the laws। And I think it's important, ਜੇ ਮੈਂ ਚੈਨਲ ਸ਼ੁਰੂ ਕੀਤਾ ਮੈਂ ਸਿਰਫ ਇਹ ਨਹੀਂ ਸ਼ੁਰੂ ਕੀਤਾ ਕਿ ਬਹਿ ਕੇ ਸਿਰਫ ਗੱਲਾਂ ਦੱਸਾਂ ਪੰਜਾਬ ਦੀਆਂ ਜਾਂ ਪੰਜਾਬੀਅਤ ਹੋਣ ਦੇ ਨਾਤੇ ਕੀ ਮਤਲਬ ਸਾਨੂੰ ਕਰਨਾ ਚਾਹੀਦਾ। Sometimes, you know, it's important to also share things that are very valid in terms of day-to-day living। And because I also live abroad, मैं भी बैंकॉक रह रही हूँ, थाईलैंड रह रही हूँ। मेरे माता जी पिता जी ने बड़ी मेहरबानी की साढ़े तीनों भैन भरावां ते उन्हें सब कुछ सॉर्ट कर लिया सी। So we really had no issue। And of course it depends also family to family, so have it taken care, okay। And do put a will in place। That is my 2 cents, just a recommendation, because I've gone through that and I've had a very smooth transition with my siblings by the grace of the Almighty।
ਸਭ ਠੀਕ ਰਿਹਾ। ਤੇ ਤੁਸੀਂ ਵੀ ਇਸ ਗੱਲ ਨੂੰ ਜ਼ਰੂਰ ਡੋਂਟ ਓਵਰਲੁੱਕ ਇਟ ਐਂਡ ਟੇਕ ਕੇਅਰ ਆਫ ਇਟ ਰਾਈਟ ਅਵੇ। ਚਲੋ ਜੀ, ਸਤਿ ਸ਼੍ਰੀ ਅਕਾਲ ਜੀ। ਟਾਕ ਟੂ ਯੂ ਆਲ ਲੇਟਰ। ਬਾਏ ਬਾਏ।